ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ। ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਮੂਕ ਉਚਰੈ ਸ਼ਸਤਰ ਖਟ ਪਿੰਗ ਗਿਰਨ ਚੜ੍ਹ ਜਾਈ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਮਿੱਠੀ ਗੋਦ ਦਾ ਨਿਗਮਾਨ ਰਹੀ ਸਾਧ ਸੰਗਤ ਜੀਓ ਅਤੇ ਵਿਸ਼ਵ ਭਰ ਤੋਂ ਮੀਡੀਆ ਦੇ ਰਾਹੀਂ ਗੁਰੂ ਚਰਨਾਂ ਵਿੱਚ ਜੁੜ ਬੈਠੀ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਲਵਾਈਏ ਆਪਣੀਆਂ ਹਾਜ਼ਰੀਆਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ। ਦੋਵੇਂ ਹੱਥ ਜੋੜ ਕੇ ਸੀਸ ਝੁਕਾ ਕੇ ਮੁਖ ਤੋਂ ਪਿਆਰ ਸਹਿਤ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੀ ਸਾਧ ਸੰਗਤ ਜੀਓ, ਕੱਲ੍ਹ ਆਪਾਂ ਸ੍ਰੀ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਦੇ ਅਰਥ ਸਮਝਣ ਦੀ ਕੋਸ਼ਿਸ਼ ਕੀਤੀ ਸੀ ਅਤੇ ਅੱਜ ਆਪਾਂ ਦੂਜੀ ਪੌੜੀ ਦੀ ਵਿਚਾਰ ਸ਼ੁਰੂ ਕਰਨ ਜਾ ਰਹੇ ਹਾਂ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਭਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਪਹਿਲੀ ਪੰਕਤੀ ਵਿੱਚ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਜੇ ਸਾਰੀ ਸਮੁੱਚੀ ਸ੍ਰਿਸ਼ਟੀ ਹੈ, ਸੰਸਾਰ ਹੈ, ਖੰਡ ਬ੍ਰਹਿਮੰਡ ਹਨ, ਚੰਦਰਮਾ ਸੂਰਜ ਆਕਾਸ਼ ਪਤਾਲ, ਇਹ ਸਾਰੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਸਾਜੇ ਗਏ ਹਨ। ਇਹ ਸੰਸਾਰ ਦੀ ਰਚਨਾ ਵਾਹਿਗੁਰੂ ਨੇ ਚਾਰ ਖਾਣੀਆਂ ਦੇ ਰੂਪ ਵਿੱਚ ਕੀਤੀ ਹੈ। ਨੰਬਰ 1 ਅੰਡਜ ਜੀਰਜ ਸੇਤਜ ਉਤਪਜ, ਭਾਵ ਅੰਡਜ ਤੋਂ ਭਾਵ ਆਂਡੇ ਤੋਂ ਪੈਦਾ ਹੋਣ ਵਾਲੇ ਜੀਵ, ਜੀਰਜ ਜੀਰ ਤੋਂ ਪੈਦਾ ਮਾਸ ਤੋਂ ਪੈਦਾ ਹੋਣ ਵਾਲੇ ਜੀਵ, ਸੇਤਜ ਪਸੀਨੇ ਤੋਂ ਮੈਲ ਤੋਂ ਵੀ ਗੰਦ ਤੋਂ ਵੀ ਜੀਵ ਪੈਦਾ ਹੁੰਦੇ ਹਨ, ਉਤਪਜ ਧਰਤੀ ਤੋਂ ਪੈਦਾ ਹੋਣ ਵਾਲੇ ਜਿਵੇਂ ਦਰਖਤ, ਉਤਪਜ ਤੋਂ ਉੱਪਰ ਨੂੰ ਦਰਖਤ ਨੀਚੇ ਧਰਤੀ ਤੋਂ ਉੱਪਰ ਨੂੰ ਵੱਧਦਾ ਹੈ, ਉੱਪਰ ਨੂੰ ਫੁੱਟਦਾ ਹੈ। ਇਸ ਤਰ੍ਹਾਂ ਚਾਰ ਖਾਣੀਆਂ ਵਿੱਚ ਸਮੁੱਚੀ ਸ੍ਰਿਸ਼ਟੀ ਰਚਨਾ ਕੀਤੀ ਹੈ। ਇਹ ਚਾਰੇ ਖਾਣੀਆਂ ਉਸ ਵਾਹਿਗੁਰੂ ਦੇ ਹੁਕਮ ਵਿੱਚ ਪੈਦਾ ਹੋਈਆਂ ਹਨ। ਉਸ ਨੇ ਜਿਹੜਾ ਆਕਾਰ ਮਾਡਲ ਇੱਕ ਵਾਰ ਬਣਾ ਦਿੱਤਾ, ਫਿਰ ਉਸ ਨੂੰ ਬਦਲਣ ਦੀ ਜ਼ਰੂਰਤ ਨਹੀਂ ਪਈ। ਸਮੁੰਦਰ ਆਪਣੀ ਜਗ੍ਹਾ ਪੂਰੇ ਹਨ, ਪਹਾੜ ਆਪਣੀ ਜਗ੍ਹਾ ਪੂਰੇ ਹਨ, ਚੰਦਰਮਾ ਆਪਣੀ ਜਗ੍ਹਾ ਪੂਰਾ ਹੈ, ਸੂਰਜ ਆਪਣੀ ਜਗ੍ਹਾ ਪੂਰੇ ਹਨ, ਪਰ ਮਨੁੱਖ ਵੀ
ਬਹੁਤ ਆਕਾਰ ਬਣਾਉਂਦਾ ਹੈ, ਮਕਾਨ ਬਣਾਉਂਦਾ ਹੈ, ਗੱਡੀਆਂ ਬਣਾਉਂਦਾ ਹੈ। ਅਨੇਕਾਂ ਤਰ੍ਹਾਂ ਦੇ ਪਦਾਰਥ ਵਸਤੂਆਂ ਮਨੁੱਖ ਦੁਆਰਾ ਬਣਾਈਆਂ ਜਾਂਦੀਆਂ ਹਨ, ਪਰ ਉਹ ਕਦੇ ਪੂਰੀਆਂ ਨਹੀਂ ਹੁੰਦੀਆਂ। ਹਰੇਕ ਸਾਲ ਬਾਅਦ ਗੱਡੀ ਦਾ ਮਾਡਲ ਚੇਂਜ ਕੀਤਾ ਜਾਂਦਾ ਹੈ, ਹਰੇਕ 10-15 ਸਾਲ ਬਾਅਦ ਮਕਾਨ ਦਾ ਮਾਡਲ ਚੇਂਜ ਕੀਤਾ ਜਾਂਦਾ ਹੈ, ਕਿਉਂਕਿ ਇਹ ਜਿਹੜੀਆਂ ਵਸਤੂਆਂ ਹਨ ਇਹ ਮਨੁੱਖ ਨੇ ਬਣਾਈਆਂ ਹਨ। ਕੋਈ ਵੀ ਮਨੁੱਖ ਪੂਰਾ ਨਹੀਂ ਹੈ, ਅਤੇ ਜੋ ਇਹ ਸ੍ਰਿਸ਼ਟੀ ਹੈ ਇਹ ਉਸ ਪਰਿਪੂਰਨ ਅਕਾਲ ਪੁਰਖ ਵਾਹਿਗੁਰੂ ਦੀ ਸਿਰਜੀ ਹੋਈ ਹੈ। ਇਸ ਲਈ ਇਸ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੈ। ਉਸ ਦੇ ਬਣਾਏ ਆਕਾਰ ਦੀ ਮਹਿਮਾ ਕਹੀ ਨਹੀਂ ਜਾ ਸਕਦੀ। ਫੁੱਲਾਂ ਦੀ ਉਪਮਾ ਕੀ ਕਰਾਂਗੇ ਆਪਾਂ, ਝਰਨਿਆਂ ਦੀ ਉਪਮਾ ਕੀ ਕਰ ਸਕਦੇ ਹਾਂ। ਉਸ ਨੇ ਕੁਦਰਤ ਦੇ ਰੰਗ ਜਦ ਦੇਖਦੇ ਹਾਂ ਤਾਂ ਮਨ ਤ੍ਰਿਪਤ ਹੋ ਜਾਂਦਾ ਹੈ। ਪਾਣੀ ਵਿੱਚ ਕਿੰਨੇ ਜੀਵ ਰਹਿੰਦੇ ਹਨ, ਆਪਾਂ ਤਾਂ ਉਹਨਾਂ ਦੇ ਨਾਮ ਵੀ ਨਹੀਂ ਜਾਣ ਸਕਦੇ। 42 ਲੱਖ ਜੀਵ ਜਲ ਵਿੱਚ ਰਹਿੰਦੇ ਹਨ, 21 ਲੱਖ ਧਰਤੀ ਉੱਪਰ ਰਹਿ ਰਹੇ ਹਨ, ਅਤੇ 21 ਲੱਖ ਆਕਾਸ਼ ਵਿੱਚ ਚਰਾਚਰ ਹਨ। ਹੁਕਮ ਨਾ ਕਹਿਆ ਜਾਈ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਉਸ ਵਾਹਿਗੁਰੂ ਨੇ ਇੱਕੋ ਪਸਾਰੇ ਵਿੱਚ ਇੱਕੋ ਵਾਰ ਵਿੱਚ ਹੀ ਲੱਖਾਂ ਆਕਾਸ਼ ਪਤਾਲ ਖੰਡ ਬ੍ਰਹਿਮੰਡ ਸਾਜ ਦਿੱਤੇ ਹਨ, ਉਹਨਾਂ ਦਾ ਆਕਾਰ ਬਣਾ ਦਿੱਤਾ ਹੈ। ਦੁਨਿਆਵੀ ਕਰਤੇ ਇੱਕ ਵਰਗੇ ਅਨੇਕਾਂ ਪਦਾਰਥ ਬਣਾ ਸਕਦੇ ਹਨ। ਘੁਮਿਆਰ ਇੱਕ ਤਰ੍ਹਾਂ ਦੇ ਅਨੇਕਾਂ ਭਾਂਡੇ ਤਿਆਰ ਕਰ ਸਕਦਾ ਹੈ। ਇੱਕ ਚਿੱਤਰਕਾਰ ਇੱਕ ਤਰ੍ਹਾਂ ਦੀਆਂ ਅਨੇਕਾਂ ਮੂਰਤੀਆਂ ਤਿਆਰ ਕਰ ਸਕਦਾ ਹੈ, ਪਰ ਵਾਹਿਗੁਰੂ ਅਕਾਲ ਪੁਰਖ ਕਰਤਾ ਇੱਕ ਅਜਿਹਾ ਕਰਤਾ ਹੈ ਜਿਸ ਨੇ ਜਿੰਨੀ ਵੀ ਸ੍ਰਿਸ਼ਟੀ ਰਚੀ ਹੈ, ਸ੍ਰਿਸ਼ਟੀ ਦਾ ਕੋਈ ਵੀ ਜੀਵ ਜੰਤੂ ਇੱਕ ਦੂਸਰੇ ਨਾਲ ਨਹੀਂ ਮਿਲਦਾ, ਕਿਸੇ ਦੀ ਸ਼ਕਲ ਦੂਸਰੇ ਨਾਲ ਨਹੀਂ ਮਿਲਦੀ। ਹੁਣ ਇਹ ਇੱਕ ਨੋਟ ਕਰਨ ਵਾਲੀ ਗੱਲ ਹੈ ਕਿ ਜੇਕਰ ਸਾਰੇ ਹੀ ਮਨੁੱਖ, ਸਾਰੇ ਤਾਂ ਕੀ, ਜੇ 10 ਮਨੁੱਖਾਂ ਦਾ ਰੂਪ ਵੀ ਇੱਕ ਤਰ੍ਹਾਂ ਦਾ ਹੁੰਦਾ ਤਾਂ ਪਰਿਵਾਰ ਦੇ ਵਿੱਚ ਕਿੰਨੀ ਮੁਸ਼ਕਿਲ ਖੜੀ ਹੋ ਜਾਣੀ ਸੀ। ਇਹ ਪਹਿਚਾਣ ਕਰਨੀ ਔਖੀ ਹੋ ਜਾਣੀ ਸੀ ਕਿ ਕੌਣ ਭਰਾ ਹੈ, ਕੌਣ ਪਿਤਾ ਹੈ। ਇਸ ਲਈ ਪਰਮਾਤਮਾ ਨੇ ਦੀ ਬਣਾਈ ਹੋਈ ਕੋਈ ਵੀ ਵਸਤੂ ਇੱਕ ਦੂਸਰੇ ਨਾਲ ਨਹੀਂ ਮਿਲ ਰਹੀ। ਇਸ ਨੂੰ ਗੁਰਬਾਣੀ ਵਿੱਚ ਇਸ ਤਰ੍ਹਾਂ ਫਰਮਾਨ ਕੀਤਾ ਗਿਆ ਹੈ, ਮੇਰੇ ਸਾਚੈ ਇਹ ਖੇਲ ਰਚਾਇਆ, ਕੋਈ ਨਾ ਦਿਸਹੀ ਜਿਹਾ ਉਪਾਇਆ। ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ। ਆਪਾਂ ਆਮ ਤੌਰ 'ਤੇ ਜੀ ਸ਼ਬਦ ਨੂੰ ਛੋਟੇ ਲਈ ਵਰਤਦੇ ਹਾਂ। ਜਿਵੇਂ ਕਿ ਕੋਈ ਕੀੜੀ ਜਾ ਰਹੀ ਹੈ ਤਾਂ ਆਪਾਂ ਕਹਿੰਦੇ ਹਾਂ ਕਿ ਕੀੜੀ 'ਤੇ ਪੈਰ ਨਾ ਰੱਖਿਓ, ਇਹ ਰੱਬ ਦਾ ਜੀ ਹੈ, ਤਰਸ ਕਰੋ ਇਹ 'ਤੇ। ਕੀੜਿਆਂ ਦਾ ਕੋਈ ਭੌਣ ਹੈ, ਆਪਾਂ ਕਹਿੰਦੇ ਕੀੜਿਆਂ ਦੇ ਭੌਣ ਤੋਂ ਪਾਸੇ ਹੋ ਜਾਓ, ਇਹ ਰੱਬ ਦੇ ਜੀ ਹਨ। ਜੀ ਸ਼ਬਦ ਆਪਾਂ ਛੋਟੇ ਵਾਸਤੇ ਵਰਤਦੇ ਹਾਂ, ਪਰ ਉਹ ਵਾਹਿਗੁਰੂ ਪਰਮਾਤਮਾ ਨੇ ਕੀੜੀ ਤੋਂ ਲੈ ਕੇ ਹਾਥੀ ਤੱਕ ਜੀਵ ਪੈਦਾ ਕੀਤੇ ਹਨ। ਵਾਹਿਗੁਰੂ ਨੇ ਛੋਟੇ ਤੋਂ ਛੋਟਾ ਜੀਵ ਕੀੜੀ ਵੀ ਪੈਦਾ ਕੀਤੀ ਹੈ, ਅਤੇ ਇੱਕ ਹਾਥੀ ਇੱਕ ਅਜਿਹਾ ਬਲਵਾਨ ਜੀਵ ਵੀ ਪੈਦਾ ਕੀਤਾ ਹੈ ਜਿਸ ਵਿੱਚ 10,000 ਮਨੁੱਖਾਂ ਦੇ ਬਰਾਬਰ ਦੀ ਸ਼ਕਤੀ ਰੱਖਦਾ ਹੈ। ਗੁਰੂ ਗੋਬਿੰਦ ਸਿੰਘ ਜੀ ਇਸ ਤਰ੍ਹਾਂ ਫਰਮਾਨ ਕਰ ਰਹੇ ਹਨ, ਚੀਟੀ ਤੇ ਕੂੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਆਕਾਰ ਤਾਂ ਹਰ ਵਸਤੂ ਦਾ ਹੈ, ਪੱਥਰ ਦਾ ਵੀ ਹੈ, ਇੱਟ ਦਾ ਵੀ ਹੈ, ਲੱਕੜੀ ਦਾ ਵੀ ਹੈ, ਪਰ ਇਹਨਾਂ ਵਿੱਚ ਜੀ ਨਹੀਂ ਹੈ, ਭਾਵ ਜਾਨ ਨਹੀਂ ਹੈ। ਜਿਹੜੇ ਆਕਾਰ 'ਤੇ ਉਸ ਵਾਹਿਗੁਰੂ ਦੀ ਕਿਰਪਾ ਹੋ ਗਈ ਹੈ ਉਹਨਾਂ ਵਿੱਚ ਹੀ ਜੀ ਭਾਵ ਚੇਤਨ ਸ਼ਕਤੀ ਪਾਈ ਗਈ ਹੈ। ਜਿਸ ਦਿਨ ਉਸ ਦਾ ਹੁਕਮ ਹੋਇਆ ਉਸ ਨੇ ਜੀ ਨੂੰ ਵਿੱਚੋਂ ਕੱਢ ਲੈਣਾ ਹੈ ਅਤੇ ਇਹ ਆਕਾਰ ਖਤਮ ਹੋ ਜਾਣਗੇ। ਜੋ ਵਡਿਆਈ ਮਿਲੀ ਹੈ ਜਾਂ ਵੱਡਾਪਣ
ਸੰਸਾਰ ਵਿੱਚ ਮਿਲਦਾ ਹੈ, ਇਹ ਵੀ ਉਸ ਦੇ ਹੁਕਮ ਅਨੁਸਾਰ ਹੀ ਮਿਲਦਾ ਹੈ। ਕੀੜੀ ਨੂੰ ਛੋਟਾਪਣ ਅਤੇ ਹਾਥੀ ਨੂੰ ਵੱਡਾਪਣ, ਇਹ ਉਸ ਦੇ ਹੁਕਮ ਅਨੁਸਾਰ ਹੀ ਮਿਲਿਆ ਹੈ। ਚਾਰੇ ਖਾਣੀਆਂ ਦੇ ਜੀਵ 3 ਸ਼੍ਰੇਣੀਆਂ ਵਿੱਚ ਵਾਹਿਗੁਰੂ ਨੇ ਪੈਦਾ ਕੀਤੇ ਹਨ। ਸਭ ਤੋਂ ਨੀਚ ਸ਼੍ਰੇਣੀ, ਮੱਧਮ ਸ਼੍ਰੇਣੀ ਅਤੇ ਉੱਚ ਸ਼੍ਰੇਣੀ। ਚੰਦਨ ਸੰਗ ਬਨਸਪਤ ਸਭ ਚੰਦਨ ਹੋਵੈ। ਚੰਦਨ ਵੀ ਇੱਕ ਦਰੱਖਤ ਹੈ। ਅਨੇਕਾਂ ਤਰ੍ਹਾਂ ਦੇ ਦਰੱਖਤ ਵਾਹਿਗੁਰੂ ਅਕਾਲ ਪੁਰਖ ਨੇ ਪੈਦਾ ਕੀਤੇ ਹਨ, ਪਰ ਚੰਦਨ ਇੱਕ ਬਹੁਤ ਛੋਟਾ ਜਿਹਾ ਦਰੱਖਤ ਹੈ ਅਤੇ ਪਰਮਾਤਮਾ ਦਾ ਹੁਕਮ ਹੋ ਗਿਆ ਅਤੇ ਚੰਦਨ ਨੂੰ ਕਿੰਨੀ ਵੱਡੀ ਵਡਿਆਈ ਮਿਲੀ। ਵਾਹਿਗੁਰੂ ਨੇ ਇੱਕ ਅਜਿਹਾ ਦਰੱਖਤ ਵੀ ਪੈਦਾ ਕੀਤਾ ਹੈ ਥੋਹਰ, ਜਿਸ ਦੇ ਕੰਡੇ ਹੀ ਕੰਡੇ ਹੁੰਦੇ ਹਨ। ਇਸ ਦਰੱਖਤ ਤੋਂ ਇਮਾਰਤ ਦੀ ਲੱਕੜੀ, ਕੋਈ ਪਦਾਰਥ ਵਸਤੂ ਤਾਂ ਕੀ ਬਣਨੀ ਹੈ, ਇਹ ਬਾਲਣ ਦੇ ਕੰਮ ਵੀ ਨਹੀਂ ਆਉਂਦਾ। ਇਹ ਸਭ ਉਸ ਵਾਹਿਗੁਰੂ ਦੇ ਹੁਕਮ ਅਨੁਸਾਰ ਹੀ ਵਡਿਆਈ ਮਿਲ ਰਹੀ ਹੈ। ਜਲ ਬਹੁਤ ਨੇ, ਪਾਣੀ ਬਹੁਤ ਨੇ। ਕੁਝ ਜਲ ਐਸੇ ਵੀ ਨੇ ਜਿਸ ਨੂੰ ਅਸੀਂ ਨਮਸਕਾਰ ਕਰਕੇ ਛਕਦੇ ਹਾਂ। ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ। ਉਹ ਜਲ 'ਤੇ ਕਿਰਪਾ ਹੋ ਗਈ। ਉਹ ਜਲ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਸਰੋਵਰ ਵਿੱਚ ਪ੍ਰਤੱਖ ਕਰ ਗਿਆ। ਅਨੇਕਾਂ ਜਾਨਵਰ ਪਰਮਾਤਮਾ ਨੇ ਪੈਦਾ ਕੀਤੇ ਹਨ। ਕੁਝ ਜਾਨਵਰ ਐਸੇ ਹਨ ਜੋ ਉੱਤਮ ਸ਼੍ਰੇਣੀ ਵਿੱਚ, ਜਿਹਨੂੰ ਅਸੀਂ ਗਿਣਦੇ ਹਾਂ ਗਊ, ਸ਼ੇਰ, ਹਾਥੀ, ਜਿਨ੍ਹਾਂ ਦੀ ਅਸੀਂ ਉਦਾਹਰਨ ਦਿੰਦੇ ਹਾਂ ਕਿ ਇਹ ਤਾਂ ਸ਼ੇਰ ਜਿੰਨਾ ਦਿਲ ਹੈ, ਇਹ ਹਾਥੀ ਜਿੱਡਾ ਬਲਵਾਨ ਹੈ, ਇਸ ਦਾ ਮਨ ਗਊ ਜਿੰਨਾ ਸ਼ੀਤਲ ਹੈ। ਅਤੇ ਕੁਝ ਐਸੇ ਜਾਨਵਰ ਹੀ ਹਨ, ਸਭ ਤੋਂ ਭੈੜੇ ਜਾਨਵਰ ਜਿਹਨੂੰ ਅਸੀਂ ਮੰਨਦੇ ਹਾਂ ਸੂਰ, ਗਧਾ, ਪਰ ਇਹਨਾਂ ਨੂੰ ਅਸੀਂ ਭੈੜੇ ਮੰਨਦੇ ਹਾਂ। ਗੁਰਬਾਣੀ ਨੇ ਕਿਹਾ ਹੈ, ਸਾਕਤ ਤੇ ਸੂਕਰ ਭਲਾ, ਉਹ ਰਾਖੈ ਆਸ਼ਾ ਗਾਓ। ਗੁਰੂ ਸਾਹਿਬ ਫਰਮਾਨ ਕਰਦੇ ਹਨ ਕਿ ਸਾਕਤ, ਜੋ ਮਨੁੱਖ ਪਰਮਾਤਮਾ ਤੋਂ ਦੂਰ ਹੋ ਗਿਆ ਹੈ, ਉਸ ਨਾਲੋਂ ਇੱਕ ਸੂਰ ਵੀ ਚੰਗਾ ਹੈ। ਤਾਂ ਗੁਰਮੁਖਾਂ ਦੇ ਮਨ ਦੇ ਸ਼ੰਕਾ ਪੈਦਾ ਹੋ ਗਿਆ ਕਿ ਇੱਕ ਮਨੁੱਖ ਨਾਲੋਂ ਸੂਰ ਕਿਵੇਂ ਚੰਗਾ ਹੋ ਸਕਦਾ ਹੈ। ਤਾਂ ਗੁਰੂ ਸਾਹਿਬ ਨੇ ਆਖ ਦਿੱਤਾ, ਉਹ ਰਾਖੈ ਆਸ਼ਾ ਗਾਓ, ਕਿ ਸੂਰ ਹੈ ਉਹ ਗਾਂ ਦੀ, ਪਿੰਡ ਦੀ ਜੋ ਗੰਦਗੀ ਹੈ ਉਸ ਨੂੰ ਖਾ ਕੇ ਸਫਾਈ ਕਰਦਾ ਹੈ। ਅਤੇ ਜੋ ਸਾਕਤ ਪੁਰਖ ਹੈ, ਮਨਮੁਖ ਹੈ, ਉਸ ਦੇ ਕੀ ਲੱਛਣ ਹਨ ਕਿ ਉਹ ਜਦੋਂ ਵੀ ਬੋਲੇਗਾ ਤਾਂ ਗੰਦਗੀ ਹੀ ਫੈਲੇਗੀ। ਉਸ ਦੇ ਬੋਲਣ ਨਾਲ ਉਹ ਬੁਰਾ ਹੀ ਬੋਲੇਗਾ, ਲੋਕਾਂ ਦੇ ਮਨ ਨੂੰ ਦਿਖਾਵੇਗਾ ਹੀ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਐ। ਇਹ ਜੋ ਉੱਚੀ ਨੀਵੀਂ ਵਡਿਆਈ ਮਿਲੀ ਹੈ, ਇਹ ਉਸ ਪਰਮਾਤਮਾ ਦੇ ਹੁਕਮ ਵਿੱਚ ਹੀ ਹੈ ਕਿ ਕਿਸ ਨੂੰ ਉਸਨੇ ਨੀਚੋਂ ਉੱਚ ਕਰ ਦੇਣਾ ਹੈ ਅਤੇ ਕਿਸ ਨੂੰ ਉੱਚ ਤੋਂ ਨੀਚ ਕਰ ਦੇਣਾ ਹੈ, ਨੀਵਾਂ ਕਰ ਦੇਣਾ ਹੈ। ਪੱਥਰ ਬਹੁਤ ਹਨ। ਇੱਕ ਪੱਥਰ ਦਾ ਨਾਮ ਸੰਗਮਰਮਰ ਵੀ ਹੈ, ਜੋ ਇੰਚਾਂ ਦੇ ਹਿਸਾਬ ਨਾਲ ਵਿਕਦਾ ਹੈ। ਡਾਇਮੰਡ ਵੀ ਇੱਕ ਪੱਥਰ ਹੈ ਜੋ ਲੱਖਾਂ ਰੁਪਇਆਂ ਦੇ ਹਿਸਾਬ ਨਾਲ ਵਿਚ ਰਿਹਾ ਹੈ। ਇਹ ਵਾਹਿਗੁਰੂ ਦੀ ਹੁਕਮ ਹੋ ਗਿਆ ਹੈ, ਉਸ ਨੂੰ ਵਡਿਆਈ ਬਖਸ਼ ਦਿੱਤੀ ਹੈ। ਜਿਸ 'ਤੇ ਉਸ ਵਾਹਿਗੁਰੂ ਪਰਮਾਤਮਾ ਦਾ ਮਿਹਰ ਬਖਸ਼ੀ ਹੋ ਜਾਂਦੀ ਹੈ, ਉਸ ਨੂੰ ਉੱਤਮ ਬਣਾ ਦਿੰਦਾ ਹੈ। ਸਭ ਜੀ ਉਸ ਦੇ ਹੁਕਮ ਵਿੱਚ ਹਨ। ਸੱਪ ਵੀ ਇੱਕ ਜੀਵ ਹੈ ਜਿਸ ਨੂੰ ਸਭ ਮਾੜੀ ਨਜ਼ਰ, ਨੀਵੀਂ ਨਜ਼ਰ ਨਾਲ ਦੇਖਦੇ ਹਨ। ਇਹ ਸਭ ਉਸ ਦੇ ਹੁਕਮ 'ਚ ਹੋ ਰਿਹਾ ਹੈ। ਜੇਕਰ ਉਸ ਵਾਹਿਗੁਰੂ ਦਾ ਹੁਕਮ ਹੋ ਗਿਆ ਤਾਂ ਵਾਲਮੀਕ ਵਰਗੇ ਨੀਚਾਂ ਨੂੰ ਵੀ ਆਪਣਾ ਹੀ ਰੂਪ ਦੇ ਦਿੱਤਾ, ਅਤੇ ਜੋ ਇੰਦਰ ਵਰਗੇ ਦੇਵਤੇ ਸੀ ਉਹ ਨਰਕਾਂ ਨੂੰ ਚਲੇ ਗਏ। ਅੱਜ ਅਸੀਂ ਸੁੱਖਾਂ ਦੇ ਅਨੇਕਾਂ ਸਾਧਨ ਪੈਦਾ ਕਰ ਲਏ ਹਨ, ਪਰ ਸੁਖੀ ਫਿਰ ਵੀ ਨਹੀਂ ਹੋਏ। ਨੌਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਸ ਤਰ੍ਹਾਂ ਫਰਮਾਨ ਕਰਦੇ ਹਨ, ਯਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਕਿ ਹੇ ਮਨੁੱਖ,
ਤੂੰ ਸਰੀਰ ਦੇ ਸੁੱਖਾਂ ਵਾਸਤੇ ਤਾਂ ਬਹੁਤ ਸਾਧਨ ਪੈਦਾ ਕਰ ਲਏ ਹਨ, ਮਕਾਨ ਕੋਠੀਆਂ ਬਣਾ ਲਈਆਂ ਹਨ, ਗੱਡੀਆਂ ਬਣ ਗਈਆਂ ਹਨ, ਅਨੇਕਾਂ ਸੁੱਖ ਸਹੂਲਤਾਂ ਪੈਦਾ ਹੋ ਗਈਆਂ ਹਨ, ਪਰ ਦੁਖੀ ਤਾਂ ਮਨ ਹੈ। ਮਨ ਦਾ ਕੋਈ ਸਾਧਨ ਨਹੀਂ ਕੀਤਾ, ਦੁਖੀ ਮਨ ਹੈ। ਮਨ ਤੱਕ ਦੁਨੀਆ ਦੇ ਪਦਾਰਥਾਂ ਦੀ ਪਹੁੰਚ ਨਹੀਂ ਹੋ ਸਕਦੀ। ਤਾਂ ਪੁੱਛੀਏ ਵਾਹਿਗੁਰੂ, ਮਨ ਕਿਵੇਂ ਸੁਖੀ ਹੋ ਸਕਦਾ ਹੈ? ਜੋ ਸੁਖ ਚਾਹੇ ਸਦਾ ਸ਼ਰਨ, ਰਾਮ ਕੀ ਲੇਹ। ਵਾਹਿਗੁਰੂ ਕਹਿੰਦੇ ਕਿ ਜੇਕਰ ਮਨ ਦਾ ਸੁਖ ਚਾਹੁੰਦੇ ਹੋ ਤਾਂ ਵਾਹਿਗੁਰੂ ਪਰਮਾਤਮਾ ਦੀ ਸ਼ਰਨ ਲੈ ਲਓ। ਜੋ ਦੁੱਖ ਹਨ, ਜਿਨ੍ਹਾਂ ਦੇ ਪਿੱਛੇ ਵਿਚਾਰ ਕਰ ਚੁੱਕੇ ਹਾਂ ਕਿ ਸਾਡੇ ਪਿਛਲੇ ਕਰਮਾਂ ਦੇ ਫਲ ਸਾਡੇ ਮਸਤਕ 'ਤੇ ਲਿਖੇ ਉਸ ਪਰਮਾਤਮਾ ਨੇ, ਅਕਾਲ ਪੁਰਖ ਵਾਹਿਗੁਰੂ ਨੇ ਭੇਜੇ ਹਨ। ਹੁਣ ਇੱਥੇ ਇੱਕ ਸਵਾਲ ਪੈਦਾ ਹੋਵੇਗਾ ਕਿ ਵਾਹਿਗੁਰੂ ਸਤਿਪੁਰਖ ਨਿਰਵੈਰ ਹੈ, ਉਹ ਤਾਂ ਕਿਸੇ ਨਾਲ ਵੈਰ ਨਹੀਂ ਕਮਾਉਂਦਾ, ਅਤੇ ਫਿਰ ਇਸ ਤਰ੍ਹਾਂ ਕਿਵੇਂ ਹੈ? ਸਤਿਗੁਰ ਪੁਰਖ ਨਿਰਵੈਰ ਹੈ, ਜਿਸ ਨੂੰ ਸਮਤ ਸਭ ਕੋਈ, ਉਹ ਏਕ ਦ੍ਰਿਸ਼ਟ ਕਰ ਦੇਖਦਾ, ਮਨ ਭਾਵਨੀ ਤੇ ਸਿੱਧ ਹੋਈ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ। ਬਖਸ਼ੀਸ਼ ਤੋਂ ਭਾਵ ਬਖਸ਼ਿਸ਼। ਜੋ ਵਡਿਆਈ ਹੈ ਉਹ ਦੁਨਿਆਵੀ ਵਡਿਆਈ ਹੈ। ਬਖਸ਼ਿਸ਼ ਕੀ ਹੈ? ਵਾਹਿਗੁਰੂ ਵੱਲੋਂ ਵਿਰਲੇ ਵਿਰਲੇ ਮਨੁੱਖਾਂ ਦੇ ਹਿੱਸੇ ਵਿੱਚ ਆਉਂਦੀ ਹੈ। ਵਡਿਆਈ ਤੋਂ ਭਾਵ, ਬਖਸ਼ਿਸ਼ ਤੋਂ ਭਾਵ ਨਿਮਰਤਾ, ਗੁਰਬਾਣੀ ਦੀ ਦਾਤ, ਧੀਰਜ ਦੀ ਦਾਤ, ਇਹ ਹਰ ਮਨੁੱਖ ਦੇ ਹਿੱਸੇ ਵਿੱਚ ਨਹੀਂ ਆਉਂਦੀ। ਜੇ ਬਾਕੀ ਜੋ ਪੁੱਤਰ ਧੀਆਂ ਕੋਠੀਆਂ ਘਰਾਂ ਹਨ, ਇਹ ਤਾਂ ਸਾਡੇ ਪਿਛਲੇ ਕੀਤੇ ਕਰਮਾਂ ਦੇ ਦੁੱਖ ਸੁੱਖ ਸਾਨੂੰ ਮਸਤਕ ਦੇ ਉੱਤੇ ਲਿਖ ਕੇ ਪ੍ਰਮਾਤਮਾ ਨੇ ਭੇਜੇ ਹਨ। ਗੁਰਮੁਖ ਪਿਆਰਿਓ, ਇੱਥੇ ਵਾਹਿਗੁਰੂ ਦੇ ਦਰ 'ਤੇ ਆ ਕੇ ਇਹਨਾਂ ਬਖਸ਼ਿਆਂ ਲਈ ਅਰਦਾਸ ਕਰਿਆ ਕਰੋ ਕਿ ਵਾਹਿਗੁਰੂ ਕਿਰਪਾ ਕਰੋ, ਸਾਨੂੰ ਗੁਰਬਾਣੀ ਦੀ ਦਾਤ ਬਖਸ਼ਿਸ਼ ਕਰੋ, ਨਿਮਰਤਾ ਦੀ ਦਾਤ ਬਖਸ਼ਿਸ਼ ਕਰੋ, ਧੀਰਜ ਬਖਸ਼ਿਸ਼ ਕਰੋ। ਹੁਕਮੀ ਸਦਾ ਭਵਾਈਐ। ਇੱਕ ਬਖਸ਼ਿਸ਼ ਨਹੀਂ, ਪਰਮਾਤਮਾ ਦੀ ਨਜ਼ਰ ਤੋਂ ਦੂਰ ਹੋ ਗਏ ਤਾਂ ਉਹ ਵਾਰ-ਵਾਰ ਜੰਮਦੇ ਹਨ, ਮਰਦੇ ਹਨ। ਭਾਈ ਗੁਰਦਾਸ ਜੀ ਨੇ ਇਸ ਨੂੰ ਸਭ ਤੋਂ ਵੱਡਾ ਦੁੱਖ ਦੱਸਿਆ ਹੈ। ਜਨਮ ਮਰਨ ਵਿੱਚ ਦੁੱਖ ਸਬਾਇਆ, ਪਰ ਉਸ ਵਾਹਿਗੁਰੂ ਦੀ ਜੀ 'ਤੇ ਬਖਸ਼ਿਸ਼ ਹੋ ਗਈ, ਕਿਰਪਾ ਹੋ ਗਈ, ਉਹਨਾਂ ਜਨਮ ਮਰਨ ਦਾ ਗੇੜ ਕੱਟਿਆ ਗਿਆ। ਵਾਹਿਗੁਰੂ ਪਰਮੇਸ਼ਰ ਸਭ 'ਤੇ ਇੱਕ ਨਜ਼ਰ ਨਾਲ ਕਿਰਪਾ ਕਰ ਰਿਹਾ ਹੈ। ਹੁਣ ਸਵਾਲ ਪੈਦਾ ਹੋਵੇਗਾ ਕਿ ਇੱਕ ਨਜ਼ਰ ਨਾਲ ਕਿਵੇਂ ਕਿਰਪਾ ਕਰ ਰਿਹਾ ਹੈ? ਹੁਣ ਮੰਨ ਲਓ ਇੱਕ ਵਰਖਾ ਪੈ ਰਹੀ ਹੈ, ਬਾਰਿਸ਼ ਹੋ ਰਹੀ ਹੈ। ਬਾਰਿਸ਼ ਕਦੇ ਇਹ ਨਹੀਂ ਦੇਖਦੀ ਕਿ ਇਹ ਚੋਰ ਦਾ ਘਰ ਹੈ, ਇਹ ਇੱਕ ਸੰਤ ਦਾ ਘਰ ਹੈ। ਉਹ ਸਭ ਜਗ੍ਹਾ 'ਤੇ ਇੱਕ ਸਮਾਨ ਪੈ ਰਹੀ ਹੈ, ਨਾ ਨੀਵੀਂ ਜਗ੍ਹਾ ਦੇਖਦੀ ਹੈ, ਨਾ ਉੱਚੀ ਜਗ੍ਹਾ ਦੇਖਦੀ ਹੈ। ਪਰ ਉਸੇ ਬਾਰਿਸ਼ ਦੇ ਵਿੱਚ ਦੋ ਬਾਲਟੀਆਂ ਰੱਖ ਦਿਓ, ਇੱਕ ਸਿੱਧੀ ਅਤੇ ਇੱਕ ਉਲਟੀ ਕਰਕੇ ਰੱਖ ਦਈਏ। ਜੋ ਸਿੱਧੀ ਬਾਲਟੀ ਹੈ ਉਹ ਪਾਣੀ ਨਾਲ ਭਰ ਜਾਵੇਗੀ, ਜੋ ਉਲਟੀ ਬਾਲਟੀ ਹੈ ਉਹ ਖਾਲੀ ਰਹਿ ਜਾਵੇਗੀ। ਫਰਕ ਇਹੀ ਹੈ। ਊਂਦੇ ਭਾਂਡੇ ਕਛੂ ਨਾ ਸਮਾਵੈ, ਸੂਦੇ ਅੰਮ੍ਰਿਤ ਪਵੈ ਨਿਸਾਰ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਇਸ ਵਿੱਚ ਵਾਹਿਗੁਰੂ ਅੰਦਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੋ ਵਾਰ ਕਿਹਾ ਹੈ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਭਾਵ ਇਹਨਾਂ ਦੇ ਅਰਥ ਇੱਕ ਹੀ ਹੈ ਕਿ ਸਭ ਕੁਛ ਵਾਹਿਗੁਰੂ ਦੇ ਹੁਕਮ ਅੰਦਰ ਹੈ, ਅਤੇ ਨੰਬਰ 2 ਬਾਹਰ ਹੁਕਮ ਨਾ ਕੋਈ, ਉਸ ਵਾਹਿਗੁਰੂ ਦੇ ਹੁਕਮ ਤੋਂ ਕੁਝ ਵੀ ਬਾਹਰ ਨਹੀਂ ਹੈ। ਇਹ ਜੋ ਸਭ ਕੁਝ ਹੋ ਰਿਹਾ ਹੈ ਉਸ ਵਾਹਿਗੁਰੂ ਪਰਮਾਤਮਾ ਦੇ ਹੁਕਮ ਵਿੱਚ ਹੋ ਰਿਹਾ ਹੈ। ਜੋ ਹੋਇਆ ਹੈ ਉਹ ਵੀ ਉਸ ਦੇ ਹੁਕਮ ਵਿੱਚ ਹੋਇਆ ਹੈ, ਜੋ ਅੱਗੇ ਹੋਵੇਗਾ ਉਹ ਵੀ ਉਸ ਵਾਹਿਗੁਰੂ ਦੇ ਹੁਕਮ ਵਿੱਚ ਹੋਵੇਗਾ। ਅੱਜ ਦੁਨੀਆ ਦੀ ਸਾਇੰਸ ਚੰਦਰਮਾ 'ਤੇ ਪਹੁੰਚ ਗਈ ਹੈ, ਪਰ ਅੱਜ ਤੱਕ ਕੋਈ ਵੀ ਸਾਇੰਸਦਾਨ, ਸਾਇੰਟਿਸਟ ਭੋਜਨ ਵਿੱਚੋਂ ਖੂਨ ਨਹੀਂ ਬਣਾ ਸਕਿਆ ਅਤੇ ਨਾ ਬਣਾ ਸਕਦਾ ਹੈ। ਸਾਡੇ ਅੰਦਰ
ਭੋਜਨ ਤੋਂ ਖੂਨ ਬਣ ਰਿਹਾ ਹੈ, ਇਹ ਉਸ ਵਾਹਿਗੁਰੂ ਦੇ ਹੁਕਮ ਵਿੱਚ ਹੋ ਰਿਹਾ ਹੈ। ਗੁਰੂ ਜੀ ਸਮਝਾ ਰਹੇ ਹਨ ਕਿ ਸਭ ਕੁਝ ਉਸ ਵਾਹਿਗੁਰੂ ਦੇ ਹੁਕਮ 'ਚ ਹੋ ਰਿਹਾ ਹੈ। ਸਵਾਸ ਚੱਲ ਰਹੇ ਹਨ ਤਾਂ ਇਹ ਉਸ ਦੇ ਹੁਕਮ ਚੱਲ ਰਹੇ ਹਨ। ਅਸੀਂ ਸਵਾਸਾਂ ਨੂੰ ਰੋਕਣ ਦੀ ਕੋਸ਼ਿਸ਼ ਕਰੀਏ, ਜ਼ਿਆਦਾ ਟਾਈਮ ਨਹੀਂ ਰੋਕ ਸਕਦੇ, ਕਿਉਂਕਿ ਵਾਹਿਗੁਰੂ ਦਾ ਹੁਕਮ ਹੈ। ਜਦੋਂ ਵਾਹਿਗੁਰੂ ਦਾ ਹੁਕਮ ਹੋ ਗਿਆ ਸਵਾਸ ਰੁਕਣੇ ਹਨ ਅਤੇ ਫਿਰ ਅਸੀਂ ਚੱਲ ਨਹੀਂ ਸਕਦੇ, ਚਾਹੇ ਦੁਨੀਆ ਦੀ ਸਾਰੀ ਤਾਕਤ ਝੋਕ ਦਈਏ। ਜੋ ਅੱਜ ਮਨੁੱਖ ਦੀ ਪਹੁੰਚ ਹੈ, ਸਾਇੰਸ ਹੈ, ਉਹ ਕੰਪਿਊਟਰ ਤੱਕ ਪਹੁੰਚ ਚੁੱਕੀ ਹੈ, ਇਲੈਕਟ੍ਰੋਨਿਕ ਤੱਕ ਪਹੁੰਚ ਚੁੱਕੀ ਹੈ। ਅਸੀਂ ਇਸ ਨੂੰ ਅਚਰਜ ਮੰਨ ਰਹੇ ਹਾਂ। ਕੰਪਿਊਟਰ ਨੂੰ ਬਣਾਉਣ ਵਾਸਤੇ ਬਹੁਤ ਸਾਰੀਆਂ ਵਸਤੂਆਂ ਦੀ ਜ਼ਰੂਰਤ ਹੈ, ਪਰ ਵਾਹਿਗੁਰੂ ਨੇ ਸਾਡੇ ਸਰੀਰ ਵਿੱਚ ਅਨੇਕਾਂ ਹੀ ਕੰਪਿਊਟਰ ਫਿੱਟ ਕੀਤੇ ਹਨ। ਸਾਡੀ ਜੀਭ ਲੱਗੀ ਹੈ, ਜੀਭ ਦੇ ਨਾਲ ਅਸੀਂ ਜਦੋਂ ਕੋਈ ਚੀਜ਼ ਟੱਚ ਕਰਦੇ ਹਾਂ ਤਾਂ 1 ਸੈਕਿੰਡ ਦੇ ਵਿੱਚ ਇਹ ਦੱਸ ਦਿੰਦੀ ਹੈ ਕਿ ਉਸਦਾ ਸਵਾਦ ਕੀ ਹੈ, ਮਿੱਠੀ ਹੈ, ਫਿੱਕੀ ਹੈ, ਖੱਟੀ ਹੈ, ਕੌੜੀ ਹੈ। ਅੱਜ ਤੱਕ ਕੋਈ ਐਸਾ ਸੈਂਸਰ ਹੈ ਜੋ ਇੰਨੀ ਜਲਦੀ ਕੰਮ ਕਰ ਸਕੇ। ਇਹ ਸਾਰੀ ਸ੍ਰਿਸ਼ਟੀ ਉਸ ਵਾਹਿਗੁਰੂ ਦੇ ਹੁਕਮ ਵਿੱਚ ਚੱਲ ਰਹੀ ਹੈ। ਉਸ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੋ ਰਿਹਾ। ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਈ। ਜੇਕਰ ਕੋਈ ਉਸ ਵਾਹਿਗੁਰੂ ਦੇ ਹੁਕਮ ਨੂੰ ਸਮਝ ਲਵੇ, ਜਿਸ ਨੂੰ ਸਮਝ ਪੈ ਜਾਵੇ, ਤਾਂ ਹਉਮੈ ਕਹੈ ਨਾ ਕੋਈ। ਤਾਂ ਅਸੀਂ ਜੋ ਹਉਮੈ ਦੀ ਮੈਲ ਹੈ ਸਾਡੇ ਮਨ ਦੇ ਵਿੱਚ ਭਰੀ ਹੋਈ ਹੈ, ਉਸ ਤੋਂ ਮੁਕਤ ਹੋ ਸਕਦੇ ਹਾਂ। ਸੰਸਾਰੀ ਜੀਵ ਨੇ ਅਨੇਕਾਂ ਸਾਧਨ ਕੀਤੇ ਹਨ, ਧੂਣੇ ਧਾਪੇ ਹਨ, ਪੁੱਠੇ ਲੜਕੇ ਹਨ, ਜਲ ਧਾਰੇ ਕੀਤੇ ਹਨ, ਪਰ ਇਹਨਾਂ ਨਾਲ ਹਉਮੈ ਤੋਂ ਛੁਟਕਾਰਾ ਨਹੀਂ ਹੋਇਆ। ਕਰਮ ਕਰਤ ਵਧੈ ਅਹਮੇਵ। ਗੁਰਬਾਣੀ ਦਾ ਕੀ ਪ੍ਰਮਾਣ ਹੈ ਕਿ ਕਰਮ ਕਰਨ ਨਾਲ ਜੋ ਮਨ ਦੀ ਹਉਮੈ ਹੈ ਉਹ ਵੱਧਦੀ ਹੈ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀ ਕਿਹਾ ਹੈ? ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸਾ। ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਹੈ ਕਿ ਮੈਂ ਉਸ ਵਾਹਿਗੁਰੂ ਦਾ ਭੇਜਿਆ ਹੋਇਆ ਆਇਆ ਹਾਂ। ਉਸਨੇ ਇਸ ਤਰ੍ਹਾਂ ਕਿ ਮੈਂ ਇਹ ਕਰ ਰਿਹਾ, ਸਭ ਕੁਛ ਉਹਦੇ ਹੁਕਮ ਅੰਦਰ ਹੋ ਰਿਹਾ ਹੈ। ਅਸੀਂ ਵੀ ਵਾਹਿਗੁਰੂ ਅੱਗੇ ਬੇਨਤੀ ਕਰੀਏ, ਵਾਹਿਗੁਰੂ ਆਪ ਜੀ ਦੀ ਕਿਰਪਾ ਨਾਲ ਹੀ ਸਾਨੂੰ ਇਹ ਮਨੁੱਖਾ ਸਰੀਰ ਪ੍ਰਾਪਤ ਹੋਇਆ ਹੈ, ਇਹ ਸੁੱਖ ਸਹੂਲਤਾਂ ਮਿਲ ਰਹੀਆਂ ਹਨ। ਇਹ ਕੌਣ ਕਹਿ ਸਕਦਾ ਹੈ? ਨਾਨਕ ਹੁਕਮੈ ਜੋ ਬੁਝੈ। ਜਿਸ ਨੇ ਉਸ ਵਾਹਿਗੁਰੂ ਪਰਮਾਤਮਾ ਦੇ ਹੁਕਮ ਨੂੰ ਸਮਝ ਲਿਆ, ਬੁੱਝ ਲਿਆ, ਉਹੀ ਕਹੇਗਾ ਬਸ ਸਭ ਕੁਝ ਹੋ ਰਿਹਾ ਹੈ ਇਹ ਵਾਹਿਗੁਰੂ ਦੇ ਹੁਕਮ ਅੰਦਰ ਹੀ ਹੋ ਰਿਹਾ ਹੈ। ਬਸ ਇੰਨੀ ਹੀ ਗੱਲ ਹੈ। ਸਭ ਤੋਂ ਵੱਡੀ ਮੈਲ ਕੀ ਹੈ ਸਾਡੇ ਸਰੀਰ ਵਿੱਚ, ਜਿਹਦੇ ਕਰਕੇ ਅਸੀਂ ਦੁਖੀ ਹੋ ਰਹੇ ਹਾਂ? ਮਨ ਦੀ ਮੈਲ ਕੀ ਹੈ? ਉਹ ਹੈ ਹਉਮੈ। ਵਾਰਾਂ ਤੇ ਵਧੀਕ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇਹ ਹਉਮੈ ਕਿਵੇਂ ਖਤਮ ਹੋ ਸਕਦੀ ਹੈ? ਗੁਰਮੁਖ ਸਿਉ ਕਰ ਦੋਸਤੀ, ਸਤਿਗੁਰ ਸਿਉ ਲਾਏ ਚਿੱਤ, ਜੰਮਣ ਮਰਨ ਕਾ ਮੂਲ ਕੱਟੀਐ, ਤਾਂ ਸੁਖ ਹੋਵੈ ਮਿੱਤ। ਗੁਰੂ ਸਾਹਿਬ ਕਹਿੰਦੇ ਕਿ ਭਾਈ ਗੁਰਮੁਖਾਂ ਪਿਆਰਿਆਂ ਦੀ ਦੋਸਤੀ ਕਰੋ। ਤਾਂ ਸਵਾਲ ਪੈਦਾ ਹੋਇਆ ਕਿ ਸਾਨੂੰ ਕੀ ਪ੍ਰਾਪਤ ਹੋਵੇਗਾ? ਤਾਂ ਗੁਰੂ ਸਾਹਿਬ ਨੇ ਫਰਮਾਨ ਕੀਤਾ, ਸਤਿਗੁਰ ਸਿਉ ਲਾਏ ਚਿੱਤ। ਉਹ ਤੁਹਾਡਾ ਮਨ ਪਰਮ ਪਿਤਾ ਪਰਮਾਤਮਾ ਸਤਿਗੁਰੂ ਦੇ ਨਾਲ ਜੋੜ ਦੇਣਗੇ ਅਤੇ ਫਿਰ ਕੀ ਹੋਵੇਗਾ? ਜੰਮਣ ਮਰਨ ਕਾ ਮੂਲ ਕੱਟੀਐ। ਜੋ ਜਨਮ ਮਰਨ ਦਾ ਮੂਲ ਹੈ, ਮੁੱਢ ਹੈ, ਉਹ ਕੱਟਿਆ ਜਾਵੇਗਾ। ਤਾਂ ਸੁਖ ਹੋਵੈ ਮਿੱਤ। ਤਾਂ ਸਾਨੂੰ ਸੁੱਖਾਂ ਦੀ ਪ੍ਰਾਪਤੀ ਹੋਵੇਗੀ। ਹੁਣ ਜੋ ਰੋਗ ਹੈ ਸਾਨੂੰ ਹਉਮੈ ਦਾ ਹੈ। ਹਉਮੈ ਕਰਕੇ ਅਸੀਂ ਦੁਖੀ ਹੋ ਰਹੇ ਹਾਂ। ਜਿਵੇਂ ਮੰਨ ਲਓ ਸਾਡੇ ਸਰੀਰ ਦੇ ਉੱਪਰ ਕੋਈ ਕਸ਼ਟ ਆ ਗਿਆ ਹੈ, ਜ਼ਖਮ ਵਗੈਰਾ ਹੋ ਗਿਆ ਹੈ, ਅਤੇ ਉਸ ਵਿੱਚ ਪਸ਼ ਪੈ ਗਈ ਹੈ, ਮੈਲ ਭਰ ਗਈ ਹੈ। ਤਾਂ ਸਾਡਾ ਜਿਹੜਾ ਮਨ ਆ, ਸਾਡਾ ਦਰਦ ਹੋ ਰਿਹਾ ਸਰੀਰ ਨੂੰ, ਉਹ ਕਾਹਦੇ ਕਰਕੇ ਹੋ ਰਿਹਾ? ਮੈਲ ਕਰਕੇ, ਨਾ ਕਿ ਜ਼ਖਮ ਕਰਕੇ। ਅਸੀਂ ਡਾਕਟਰ ਪਾਸ ਜਾਵਾਂਗੇ ਤਾਂ ਡਾਕਟਰ ਉਸ ਜੋ ਮੈਲ ਭਰੀ ਹੈ ਉਸ ਨੂੰ ਖਤਮ ਕਰਨ ਵਾਸਤੇ ਸਾਨੂੰ ਐਂਟੀਬਾਇਓਟਿਕ ਦੇਵੇਗਾ। ਜਦੋਂ ਮੈਲ ਖਤਮ ਹੋ ਜਾਵੇਗੀ ਤਾਂ ਸਾਡਾ ਦਰਦ ਠੀਕ ਹੋ ਜਾਵੇਗਾ। ਇਸੇ ਤਰ੍ਹਾਂ ਹੀ ਜੋ ਸਾਡੇ ਮਨ ਦੀ ਮੈਲ ਹੈ ਉਹ ਹਉਮੈ ਹੈ। ਹਉਮੈ ਠੀਕ ਹੋਵੇਗੀ, ਹਉਮੈ ਸਾਡੇ ਮਨ 'ਚੋਂ ਚਲੀ ਜਾਵੇਗੀ
ਤਾਂ ਸਾਡਾ ਮਨ ਸੁਖੀ ਹੋ ਜਾਵੇਗਾ। ਜਿੰਨਾ ਚਿਰ ਅਸੀਂ ਹਉਮੈ ਨੂੰ ਆਪਣੇ ਮਨ ਵਿੱਚੋਂ ਨਹੀਂ ਮਾਰਦੇ ਉਨਾ ਚਿਰ ਸਾਡੇ ਮਨ ਨੇ ਸੁਖੀ ਨਹੀਂ ਹੋ ਸਕਣਾ। ਇਹ ਮੈਲ ਕਿਵੇਂ ਖਤਮ ਹੋਵੇਗੀ? ਇਹਦੇ ਵਾਸਤੇ ਵਾਹਿਗੁਰੂ ਨੇ ਬਹੁਤ ਵਧੀਆ ਸਾਧਨ ਬਖਸ਼ਿਸ਼ ਕੀਤਾ ਹੈ। ਜਿਵੇਂ ਅੱਜ ਕੱਲ੍ਹ ਸਰਕਾਰਾਂ ਨੇ, ਗੌਰਮੈਂਟਾਂ ਨੇ ਆਪਣੇ ਹੁਕਮ ਨੂੰ ਸੁਣਾਉਣ ਵਾਸਤੇ, ਲਾਗੂ ਕਰਨ ਵਾਸਤੇ ਅਲੱਗ-ਅਲੱਗ ਆਫਿਸ, ਦਫ਼ਤਰ ਬਣਾਏ ਹਨ। ਇਸ ਤਰ੍ਹਾਂ ਉਸ ਵਾਹਿਗੁਰੂ ਅਕਾਲ ਪੁਰਖ ਨੇ ਵੀ ਇੱਕ ਦਫ਼ਤਰ ਬਣਾਇਆ ਹੈ, ਜਿੱਥੇ ਜਾ ਕੇ ਇਸ ਹਉਮੈ ਦੇ ਇਲਾਜ ਦਾ ਹੱਲ ਹੋ ਸਕਦਾ ਹੈ। ਇਸ ਦਾ ਪਤਾ ਲੱਗ ਸਕਦਾ ਹੈ ਕਿ ਇਹ ਕਿਵੇਂ ਖਤਮ ਹੋਵੇਗੀ। ਉਹ ਕਿਹੜਾ ਦਫ਼ਤਰ ਹੈ, ਕਿਹੜਾ ਆਫਿਸ ਹੈ, ਜਿੱਥੇ ਆਪ ਸੰਗਤਾਂ ਬੈਠ ਕੇ ਗੁਰੂ ਮਹਾਰਾਜ ਜੀ ਦਰਸ਼ਨ ਕਰ ਰਹੀਆਂ ਹੋ। ਉਸ ਦਾ ਨਾਮ ਹੈ ਸਤਸੰਗ। ਸਤਸੰਗ ਜੋ ਆ ਕੇ ਹੀ ਸਾਨੂੰ ਸੋਝੀ ਪੈਂਦੀ ਹੈ ਕਿ ਅਸੀਂ ਹਉਮੈ ਨੂੰ ਕਿਵੇਂ ਦੂਰ ਕਰ ਸਕਦੇ ਹਾਂ। ਸੋ ਭਾਈ ਅੱਜ ਇੱਥੋਂ ਤੱਕ ਹੀ। ਇਸ ਤੋਂ ਅੱਗੇ ਕੱਲ੍ਹ ਸਰਵਣ ਕਰਾਂਗੇ। ਵੱਧ ਤੋਂ ਵੱਧ ਸਤਸੰਗਤ ਕਰੋ, ਗੁਰਬਾਣੀ ਪੜ੍ਹੋ, ਸੇਵਾ ਸਿਮਰਨ ਕਰੋ, ਤਾਂ ਕਿ ਜੋ ਹਉਮੈ ਰੂਪੀ ਮੈਲ ਹੈ ਉਸ ਨੂੰ ਖਤਮ ਕਰ ਸਕੀਏ, ਸਾਡਾ ਮਨ ਸੁਖੀ ਹੋ ਸਕੇ। ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।